ਜਿਹੜੀ ਘਟਨਾ ਅਜਨਾਲਾ ਦੇ ਵਿੱਚ ਵਾਪਰੀ ਤੇ ਉਸ ਤੋਂ ਬਾਅਦ ਦੋ ਤਰ੍ਹਾਂ ਦੀ ਵਿਚਾਰਧਾਰਾ ਚੱਲ ਰਹੀ ਸੀ। ਜਿਹੜੇ ਭਾਈ ਅਮਰਤਪਾਲ ਸਿੰਘ ਸੀ ਉਹ ਕਹਿ ਰਹੇ ਸੀ ਕਿ ਮੈਂ ਜਸਟੀਫਾਈ ਕਰਦਾ। ਬਹੁਤ ਸਾਰੇ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਇਹ ਮਨਮਤ ਤੇ ਇਹ ਗਲਤ ਤਰੀਕਾ ਹੈ। ਕਿ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਕਾਰਵਾਈ ਦੀ ਵੀ ਕਈਆਂ ਦੇ ਵੱਲੋਂ ਮੰਗ ਰੱਖੀ ਗਈ ਹੈ। ਅਲੱਗ-ਅਲੱਗ ਵਿਚਾਰ ਲੋਕਾਂ ਨੇ ਆਪਣੇ ਦਿੱਤੇ। ਉਹਦੇ ਵਿੱਚ ਕਈ ਤਰ੍ਹਾਂ ਦੇ ਗਰਮ ਵੀ ਸੀ, ਕਈ ਨਰਮ ਵੀ ਸੀ, ਕਈ ਇਸ ਤਰ੍ਹਾਂ ਦੇ ਸੀ ਕਿ ਇਸ ਤਰ੍ਹਾਂ ਕਿਉਂ ਹੋਇਆ। ਤੇ ਕੋਈ ਇਹ ਵੀ ਗੱਲ ਕਹਿ ਰਹੇ ਸੀ ਕਿ 5 ਮਹੀਨੇ ਪਹਿਲਾਂ ਅਮਰਤਪਾਲ ਸਿੰਘ ਇੱਥੇ ਆਏ ਨੇ ਤੇ ਉਹ ਅੱਜ ਜਿਹੜੀ ਗੱਲ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਸੰਘਰਸ਼ ਤਾਂ ਬਹੁਤ ਕੀਤੇ ਜਾਂਦੇ ਰਹੇ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮੀਟਿੰਗ ਦੇ ਵਿੱਚ ਨਾ ਪਹੁੰਚਣ ਦਾ ਵੱਡਾ ਕਾਰਨ ਕੀ ਹੈ? ਸਰਦਾਰ ਹਰਮੀਤ ਸਿੰਘ ਕਾਲਕਾ ਜਿਹੜਾ ਉਹਨਾਂ ਦਾ ਪਰਸਨਲ ਨੰਬਰ ਸੀ, WhatsApp ਨੰਬਰ, ਉਹਦੇ ਉੱਪਰ ਉਹਨਾਂ ਨੂੰ ਮੈਸੇਜ ਕੀਤਾ, ਅੱਜ ਵੀ ਮੈਂ ਤੁਹਾਨੂੰ ਦਿਖਾ ਸਕਦਾ। ਉਹਨੂੰ ਉਹਨਾਂ ਨੇ ਰਿਸੀਵ ਕੀਤਾ, ਲੇਕਿਨ ਉਸ ਦੇ ਬਾਵਜੂਦ ਉਹਨਾਂ ਦੇ ਇੱਥੇ ਪੰਜਾਬ 'ਚ ਨੁਮਾਇੰਦੇ ਵੀ ਬੈਠੇ ਆ, ਲੇਕਿਨ ਉਹਨਾਂ ਨੇ ਇਸ ਦਾ ਕੋਈ ਨਾ ਹਾਂ ਜਾਂ ਨਾ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ। ਅਜਨਾਲਾ ਦੇ ਵਿੱਚ ਹੋਈ ਘਟਨਾ ਨੇ ਇੱਕ ਨਵੀਂ ਚਰਚਾ ਛੇੜੀ। ਚਰਚਾ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਧਾਰਮਿਕ ਥਾਵਾਂ ਤੋਂ ਵੱਖ ਕਿਸੇ ਧਰਨੇ ਵਾਲੀ ਥਾਂ ਦੇ ਉੱਤੇ ਲੈ ਕੇ ਜਾਣਾ ਚਾਹੀਦਾ ਹੈ ਜਾਂ ਨਹੀਂ ਲੈ ਕੇ ਜਾਣਾ ਚਾਹੀਦਾ, ਕਿਉਂਕਿ ਜੋ ਅਜਨਾਲੇ ਦੇ ਵਿੱਚ ਹੋਇਆ, ਬਹੁਤੇ ਸਿੱਖ ਬੁੱਧੀਜੀਵੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਇੱਕ ਕਵਚ ਦੇ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲਿੱਤਾ ਗਿਆ, ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਹੈ। ਵੱਖ-ਵੱਖ ਸੰਪਰਦਾਵਾਂ ਦੇ ਲੋਕ ਉਸ ਦੇ ਵਿੱਚ ਨੋਮੀਨੇਟ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਰਿਪੋਰਟ ਤਿਆਰ ਕਰਕੇ ਸੌਂਪਣ ਲਈ ਕਿਹਾ ਜਾਂਦਾ ਹੈ। ਤਾਂ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਰਿਪੋਰਟ ਨੂੰ ਸੌਂਪਣ ਦੀ ਸੀਗੀ, ਕਰਨੈਲ ਸਿੰਘ ਪੀਰ ਮੁਹੰਮਦ ਹੋਣੀ ਸਾਡੇ ਨਾਲ ਨੇ। ਰਿਪੋਰਟ ਤਿਆਰ ਹੋ ਚੁੱਕੀ ਹੈ। ਵੱਖ-ਵੱਖ ਸੰਪਰਦਾਵਾਂ ਨੇ ਆਪਣੇ ਜੋ ਗੱਲਬਾਤ ਸੀ, ਜੋ ਉਹਨਾਂ ਦੇ ਵਿਚਾਰ ਸੀ, ਉਹ ਰੱਖ ਦਿੱਤੇ ਨੇ। ਤਾਂ ਹੁਣ ਅਖੀਰਲਾ ਫੈਸਲਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਮੀਟਿੰਗ ਹੋਊਗੀ ਉਸ ਦੇ ਵਿੱਚ ਲਿੱਤਾ ਜਾਣਾ ਹੈ। ਪਰ ਕੀ ਇਸ ਰਿਪੋਰਟ ਦੇ ਵਿੱਚ ਲਿਆ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਰਨੈਲ ਸਿੰਘ ਪੀਰ ਮੁਹੰਮਦ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਧੰਨਵਾਦ ਜੀ, ਧੰਨਵਾਦ। ਜਿਵੇਂ ਮੈਂ ਜ਼ਿਕਰ ਕੀਤਾ, ਅਜਨਾਲਾ ਵਾਲੀ ਘਟਨਾ ਨੇ ਨਵੀਂ ਚਰਚਾ ਛੇੜੀ। ਬਹੁਤੇ ਕਹਿੰਦੇ ਕਿ ਇਹ ਹੋਣਾ ਜੋ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਸੀਗਾ। ਤੁਹਾਡੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਸੀ ਸਾਰੀ ਰਿਪੋਰਟ ਕੰਪਾਈਲ ਕਰਨ ਦੀ। ਕੀ ਕੁਛ ਤੱਥ ਤੁਹਾਡੇ ਕੋਲ ਪਹੁੰਚੇ ਔਰ ਕੀ ਚੀਜ਼ਾਂ ਹੁਣ ਤੱਕ ਮੋਟੀਆਂ-ਮੋਟੀਆਂ ਇਸ 'ਚੋਂ ਸਮਝਣ ਨੂੰ ਮਿਲੀਆਂ ਨੇ? ਦੇਖੋ, ਅਜਨਾਲਾ ਦੀ ਘਟਨਾ ਤੋਂ ਤੁਰੰਤ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਕਮੇਟੀ ਬਣਾ ਦਿੱਤੀ। ਉਹ ਕਮੇਟੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ ਤੇ ਨਿਹੰਗ ਸਿੰਘ ਜਥੇਬੰਦੀਆਂ, ਜਿਹੜੀਆਂ ਬਹੁਤ ਹੀ ਇਤਿਹਾਸਕ ਜਥੇਬੰਦੀਆਂ ਨੇ। ਸ਼੍ਰੋਮਣੀ ਬੁੱਢਾ ਅਕਾਲੀ ਦਲ 96 ਕਰੋੜੀ, ਇਸੇ ਤਰ੍ਹਾਂ ਫਿਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਤਰਨਾ ਦਲ, ਦਸ਼ਮੇਸ਼ ਤਰਨਾ ਦਲ, ਬਾਬਾ ਮੇਜਰ ਸਿੰਘ ਸੋਢੀ ਤੇ ਬਹੁਤ ਸਾਰੇ ਸਿੱਖ ਸਕਾਲਰ ਜਿਹੜੇ ਆ, ਉਹਨਾਂ ਦੇ ਆਧਾਰ 'ਤੇ ਜਿਹੜੀ ਇਹ ਕਮੇਟੀ ਬਣਾਈ ਗਈ ਸੀ। ਇਹਦੇ 16 ਮੈਂਬਰ ਸੀ, ਸਾਰੀਆਂ ਅਲੱਗ-ਅਲੱਗ ਜਥੇਬੰਦੀਆਂ ਦੇ ਤੇ ਸਕਾਲਰ, ਤੇ 17ਵਾਂ ਕੋਆਰਡੀਨੇਟਰ ਮੈਨੂੰ ਬਣਾਇਆ ਗਿਆ ਸੀ। ਤੇ ਸਾਨੂੰ ਕਿਹਾ ਗਿਆ ਸੀ ਕਿ ਤੁਸੀਂ 15 ਦਿਨ ਦੇ ਵਿੱਚ ਇੱਕ ਰਿਪੋਰਟ ਤਿਆਰ ਕਰੋ, ਸਾਰਿਆਂ ਦੇ ਵਿਚਾਰ ਲਵੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਲਈ ਕਿਹੜੇ ਕਦਮ ਹੋਰ ਚੁੱਕੇ ਜਾਣ, ਕਿਉਂਕਿ ਮਰਜ਼ਾਦਾ ਤਾਂ ਪਹਿਲਾਂ ਤੋਂ ਹੀ ਹੈ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਮੈਰਿਜ ਪੈਲਸਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਜਾਣ 'ਤੇ ਪਾਬੰਦੀ ਲਾਈ ਗਈ ਸੀ ਕਿ ਕੋਈ ਵੀ ਜਿਹਨੇ ਆਨੰਦ ਕਾਰਜ ਕਰਨਾ ਆਪਣੇ ਬੱਚਿਆਂ ਦਾ ਤਾਂ ਉਹ ਗੁਰਦੁਆਰਾ ਸਾਹਿਬ ਜਾ ਕੇ ਹੀ ਆਨੰਦ ਕਾਰਜ ਕਰਾਉਣ, ਲੇਕਿਨ ਮੈਰਿਜ ਪੈਲਸਾਂ ਵਿੱਚ ਨਹੀਂ ਜਾਣਗੇ। ਅਤੇ ਸਿੱਖ ਕੌਮ ਨੇ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ ਉਸ ਹੁਕਮਨਾਮੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਮੰਨਿਆ। ਅਤੇ ਅੱਜ ਤੱਕ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੈਰਿਜ ਪੈਲਸ ਦੇ ਵਿੱਚ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜੀ ਘਟਨਾ ਅਜਨਾਲਾ ਦੇ ਵਿੱਚ ਵਾਪਰੀ ਤੇ ਉਸ ਤੋਂ ਬਾਅਦ ਦੋ ਤਰ੍ਹਾਂ ਦੀ ਵਿਚਾਰਧਾਰਾ ਚੱਲ ਰਹੀ ਸੀ। ਜਿਹੜੇ ਭਾਈ ਅਮਰਤਪਾਲ ਸਿੰਘ ਸੀ ਉਹ ਕਹਿ ਰਹੇ ਸੀ ਕਿ ਮੈਂ ਜਸਟੀਫਾਈ ਕਰਦਾ ਕਿ ਇਤਿਹਾਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਸਮੇਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਜਾਂਦੇ ਰਹੇ ਹਾਂ।
ਲੇਕਿਨ ਬਹੁਤ ਸਾਰੇ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਇਹ ਮਨਮਤ ਤੇ ਇਹ ਗਲਤ ਤਰੀਕਾ ਹੈ। ਸੋ ਉਸ ਨੂੰ ਹੱਲ ਕਰਨ ਵਾਸਤੇ ਸਿੰਘ ਸਾਹਿਬ ਜੀ ਨੇ ਜਿਹੜੀ ਕਮੇਟੀ ਬਣਾਈ ਸੀ ਤੇ ਸਾਨੂੰ ਜਿਹੜਾ 15 ਦਿਨ ਦਾ ਸਮਾਂ ਦਿੱਤਾ ਸੀ, ਤੇ ਮੈਂ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰਾਂ ਕੀਤੀਆਂ ਤੇ 6 ਮਾਰਚ ਨੂੰ, ਹਾਲਾਂਕਿ ਹੋਲੇ ਮਹੱਲੇ ਦੇ ਦਿਨ ਚੱਲ ਰਹੇ ਸੀ ਤੇ ਬੜਾ ਰਿਸਕ ਵਾਲਾ ਸੀ ਕਿ ਕੋਈ ਆਵੇਗਾ ਜਾਂ ਸ਼ਾਇਦ ਨਾ ਆਵੇਗਾ, ਪਰ ਕਨਫਰਮੇਸ਼ਨ ਸਾਰਿਆਂ ਦੀ ਲੈ ਕੇ ਤੇ ਇਹ ਮੀਟਿੰਗ ਜਿਹੜੀ ਇਹ ਸਰਦਾਰ ਬਲਦੇਵ ਸਿੰਘ ਮਾਲਪੁਰੀ ਹਾਲ ਜਿਹੜਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਜਨਮ ਭੂਮੀ ਸਥਾਨ ਤੇ, ਉੱਥੇ ਅਸੀਂ ਫਿਰ ਇਹ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਸਭ ਤੋਂ ਸੰਤੁਸ਼ਟੀ ਵਾਲੀ ਗੱਲ ਇਹ ਕਿ ਸਾਰੇ ਹੀ ਨੁਮਾਇੰਦੇ ਉੱਥੇ ਪਹੁੰਚੇ ਤੇ ਫਿਰ ਇਹ ਮੀਟਿੰਗ ਚੱਲੀ। ਤਕਰੀਬਨ 12:30 ਵਜੇ ਮੀਟਿੰਗ ਦਾ ਟਾਈਮ ਸ਼ੁਰੂ ਹੋਇਆ ਤੇ ਤਕਰੀਬਨ 3-3:30 ਵਜੇ ਤੱਕ ਇਹ ਮੀਟਿੰਗ ਦੇ ਵਿੱਚ ਫਿਰ ਇੱਕ ਸੁਰਤਾ ਦੇ ਨਾਲ, ਭਾਵੇਂ ਕਿ ਵਿਚਾਰ ਅਲੱਗ-ਅਲੱਗ ਸੀ ਸਾਰਿਆਂ ਦੇ, ਲੇਕਿਨ ਜਦੋਂ ਇੱਕ ਮਤਾ ਪਾਸ ਕੀਤਾ ਗਿਆ, ਉਹ ਮਤਾ ਜਿਹੜਾ ਸੀ ਉਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਤੁਸੀਂ ਕਿਹਾ ਵਿਚਾਰ ਭਾਵੇਂ ਸਭ ਦੇ ਵੱਖ-ਵੱਖ ਸੀਗੇ, ਪਰ ਜਿਹੜੀ ਇਹ ਘਟਨਾ ਹੋਈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅੱਗੇ ਇਹੋ ਜਿਹੇ ਧਰਨੇ ਵਾਲੀ ਥਾਂ ਦੇ ਉੱਤੇ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਇਸ ਦੇ ਉੱਤੇ ਕੀ ਵਿਚਾਰ ਸਭ ਦੇ ਮਿਲਦੇ ਹੋਏ ਨਜ਼ਰ ਆਏ ਔਰ ਕੀ ਸਭ ਨੇ ਇਹ ਗੱਲ ਕਹੀ ਹੈ ਕਿ ਅੱਗੇ ਤੋਂ ਧਰਨੇ ਵਾਲੀ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣ ਵਾਸਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ? ਦੇਖੋ, ਇਹ ਇੱਕ ਸਵਾਲ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਇੱਕ ਰਿਪੋਰਟ ਦੇ ਵਿੱਚ ਹੈ, ਇਸ ਦੇ ਬਾਰੇ ਤਾਂ ਸਿੰਘ ਸਾਹਿਬ ਜੀ ਹੀ, ਕਿਉਂਕਿ ਮੈਂ ਉਹਨੂੰ ਸੀਲਬੰਦ ਕਰਕੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀ ਉਹਨਾਂ ਨੇ ਆਪਣੇ ਹੱਥੀਂ ਜਿਹੜੀ ਅਸੀਂ ਰਿਪੋਰਟ ਬਣਾਈ, ਕਿਉਂਕਿ ਅਸੀਂ ਇਹਨੂੰ ਲਮਕਾਉਣਾ ਨਹੀਂ ਸੀ ਚਾਹੁੰਦੇ, ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨਾਲ ਜੁੜਿਆ ਹੋਇਆ ਮਸਲਾ, ਉਹਦੇ ਉੱਤੇ ਜਦੋਂ ਸਾਰਿਆਂ ਦੇ ਵਿਚਾਰ ਲੈ ਲਏ ਗਏ, ਉਸ ਤੋਂ ਬਾਅਦ ਧਾਮੀ ਸਾਹਿਬ ਨੇ ਉਹ ਰਿਪੋਰਟ ਜਿਹੜੀ ਹੈ ਅਸੀਂ ਤਿਆਰ ਕੀਤੀ ਇੱਕ ਸਫ਼ੇ ਦੀ, ਤੇ ਉਹਨੂੰ ਆਪਣੇ ਹੱਥੀਂ ਉਹਨਾਂ ਨੇ ਬੰਦ ਕਰਤਾ ਤੇ ਇੱਕ ਫੈਸਲਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕਿ ਇਸ ਨੂੰ ਆਪਾਂ ਕੋਈ ਵੀ ਗੱਲ ਜਿਹੜੀ ਹੈ ਉਹ ਬਾਹਰ ਨਹੀਂ ਕੱਢਣੀ, ਇਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਦੇ 'ਤੇ ਫੈਸਲਾ ਕਰਨਗੇ। ਸੋ ਅਸੀਂ ਜਿਹੜੀ ਰਿਪੋਰਟ ਉਹਨਾਂ ਨੂੰ ਦੇ ਦਿੱਤੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਚਾਰ ਬੜੇ ਅਲੱਗ-ਅਲੱਗ ਸੀ ਪਹਿਲਾਂ, ਲੇਕਿਨ ਜਦੋਂ ਇੱਕ ਸੁਰਤਾ ਪੈਦਾ ਹੋਈ ਉਹਦੇ ਵਿੱਚ ਇਤਿਹਾਸ ਦੇ ਹਵਾਲੇ ਦੇ ਕੇ ਮੌਜੂਦਾ ਸਮੇਂ ਦੇ ਵਿੱਚ ਆਪਾਂ 21ਵੀਂ ਸਦੀ 'ਚ ਗੁਜ਼ਰ ਰਹੇ ਹਾਂ, 18ਵੀਂ ਸਦੀ ਦੀ ਵੀ ਗੱਲ ਹੋਈ, ਫਿਰ 19ਵੀਂ ਸਦੀ ਦੀ ਹੋਈ, ਫਿਰ 20ਵੀਂ ਸਦੀ ਦੀ ਹੋਈ, ਫਿਰ 21ਵੀਂ ਸਦੀ ਦੀ ਗੱਲ ਹੋਈ ਕਿ ਉਸ ਵਕਤ ਤੋਂ ਲੈ ਕੇ ਅੱਜ ਤੱਕ ਕਿਹੜੀਆਂ-ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਾਂ ਕਿੱਥੇ-ਕਿੱਥੇ ਕਿਵੇਂ ਕਰ ਸਕਦੇ ਹਾਂ, ਤੇ ਉਸ ਨੂੰ ਲੈ ਕੇ ਫਿਰ ਇਹ ਜਿਹੜੀ ਰਿਪੋਰਟ ਤਿਆਰ ਕੀਤੀ ਗਈ। ਹਾਲਾਂਕਿ ਵੱਖ-ਵੱਖ ਜਥੇਬੰਦੀਆਂ ਜ਼ਰੂਰ ਸੀਗੀਆਂ, ਸੰਪਰਦਾਵਾਂ ਜ਼ਰੂਰ ਸੀਗੀਆਂ, ਮਨ-ਮੁਟਾਵ ਸਭ ਦੇ ਰਹਿੰਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮੀਟਿੰਗ ਦੇ ਵਿੱਚ ਨਾ ਪਹੁੰਚਣ ਦਾ ਵੱਡਾ ਕਾਰਨ ਕੀ ਹੈ? ਕੀ ਉਹਨਾਂ ਦੇ ਵੱਲੋਂ ਆਪਣੀ ਗੱਲਬਾਤ ਨਹੀਂ ਰੱਖੀ ਗਈ? ਦੇਖੋ, ਇਹੋ ਹੀ ਮਾੜੀ ਗੱਲ ਹੈ ਕਿ ਮੈਂ ਸਰਦਾਰ ਹਰਮੀਤ ਸਿੰਘ ਕਾਲਕਾ, ਜਿਹੜਾ ਉਹਨਾਂ ਦਾ ਪਰਸਨਲ ਨੰਬਰ ਸੀ, WhatsApp ਨੰਬਰ, ਉਹਦੇ ਉੱਪਰ ਉਹਨਾਂ ਨੂੰ ਮੈਸੇਜ ਕੀਤਾ, ਅੱਜ ਵੀ ਮੈਂ ਤੁਹਾਨੂੰ ਦਿਖਾ ਸਕਦਾ, ਉਹਨੂੰ ਉਹਨਾਂ ਨੇ ਰਿਸੀਵ ਕੀਤਾ, ਲੇਕਿਨ ਉਸ ਦੇ ਬਾਵਜੂਦ ਉਹਨਾਂ ਦੇ ਇੱਥੇ ਪੰਜਾਬ 'ਚ ਨੁਮਾਇੰਦੇ ਵੀ ਬੈਠੇ ਆ, ਲੇਕਿਨ ਉਹਨਾਂ ਨੇ ਇਸ ਦਾ ਕੋਈ ਨਾ ਹਾਂ ਜਾਂ ਨਾ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ। ਪਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਬਹੁਤ ਸੰਮਤੀ ਦਾ ਮਤਲਬ ਇਹ ਆ ਕਿ ਇੱਕ ਉਹਨਾਂ ਦੇ ਨੁਮਾਇੰਦੇ ਤੋਂ ਬਗੈਰ ਸਾਰੇ ਨੁਮਾਇੰਦੇ ਉੱਥੇ ਮੌਕੇ 'ਤੇ ਹਾਜ਼ਰ ਹੋਏ, ਤੇ ਹੁਣ ਉਹਨਾਂ ਦੀ ਕੀ ਮਜਬੂਰੀ ਹੈ ਤਾਂ ਉਹ ਦੱਸ ਸਕਦੇ ਆ, ਪਰ ਉਹ ਇਸ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸੀ। ਪਰ ਜਿੱਥੇ ਤੱਕ ਸਾਡੀ ਕੁਝ ਜਾਣਕਾਰੀ ਦੇ ਮੁਤਾਬਕ ਸਾਨੂੰ ਜੋ ਜਾਣਕਾਰੀ ਪ੍ਰਾਪਤ ਹੋਈ, ਉਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਤੇ ਕਾਰਵਾਈ ਦੀ ਵੀ ਕਈਆਂ ਦੇ ਵੱਲੋਂ ਮੰਗ ਰੱਖੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਤਲਬ ਕੀਤਾ ਜਾਵੇ ਅਕਾਲ ਤਖਤ ਸਾਹਿਬ ਜਥੇਦਾਰ ਦੇ ਵੱਲੋਂ ਔਰ ਤਨਖਾਹੀਆ ਕਰਾਰ ਦਿੱਤਾ ਜਾਵੇ। ਤਾਂ ਅਜਿਹੀ ਇਨਪੁਟ ਤੁਹਾਨੂੰ ਵੀ ਇਸ ਰਿਪੋਰਟ ਦੇ ਵਿੱਚ ਦੇਖਣ ਨੂੰ ਮਿਲੀ? ਨਹੀਂ, ਰਿਪੋਰਟ ਦੇ ਵਿੱਚ ਕੋਈ ਇਸ ਤਰ੍ਹਾਂ ਨੂੰ ਨਹੀਂ ਸੀ ਗੱਲ, ਲੇਕਿਨ ਪਹਿਲਾਂ ਵਿਚਾਰ ਤਾਂ ਸਾਰੇ ਤੁਹਾਨੂੰ ਜਿਵੇਂ ਮੈਂ ਦੱਸਿਆ ਅਲੱਗ-ਅਲੱਗ ਵਿਚਾਰ ਲੋਕਾਂ ਨੇ ਆਪਣੇ-ਆਪਣੇ ਦਿੱਤੇ, ਉਹਦੇ ਵਿੱਚ ਕਈ ਤਰ੍ਹਾਂ ਦੇ ਗਰਮ ਵੀ ਸੀ, ਕਈ ਨਰਮ ਵੀ ਸੀ, ਕਈ ਇਸ ਤਰ੍ਹਾਂ ਦੇ ਸੀ ਕਿ ਇਸ ਤਰ੍ਹਾਂ ਕਿਉਂ ਹੋਇਆ, ਤੇ ਕਈ ਇਹ ਵੀ ਗੱਲ ਕਹਿ ਰਹੇ ਸੀ ਕਿ 5 ਮਹੀਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਇੱਥੇ ਆਏ ਨੇ ਤੇ ਉਹ ਅੱਜ ਜਿਹੜੀ ਗੱਲ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਸ ਤੋਂ ਪਹਿਲਾਂ ਵੀ ਸੰਘਰਸ਼ ਤਾਂ ਬਹੁਤ ਕੀਤੇ ਜਾਂਦੇ ਰਹੇ ਆ ਤੇ ਲਗਾਤਾਰ ਬੜੇ ਸਰਕਾਰਾਂ ਨਾਲ ਵੀ ਟੱਕਰ ਹੋਈ ਏ, ਤੇ ਧਰਮ ਯੁੱਧ ਮੋਰਚੇ ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੇ ਆਪਾਂ ਸੰਘਰਸ਼ ਕੀਤਾ ਤੇ ਕੀਤਾ ਜਾ ਰਿਹਾ। ਤਾਂ ਉਸ ਦੇ ਵਿੱਚ ਆਪਣੇ ਵਿਚਾਰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਵਿਚਾਰ ਜਿਹੜੇ ਆ ਲਿਖਤੀ ਤੌਰ ਦੇ ਉੱਤੇ ਜਿਹੜੇ ਮੈਂ ਜਥੇਦਾਰ ਸਾਹਿਬ ਨੂੰ ਸੌਂਪੇ ਆ, ਉਹ ਕਈ ਸਫ਼ਿਆਂ ਦੇ ਆ। ਉਹਦੇ ਵਿੱਚ ਜਿਵੇਂ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ, ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦਾ, ਇਹਨਾਂ ਨੇ ਆਪਣਾ ਤੁਸੀਂ ਦੇਖੋ ਇਹ ਕਾਫੀ ਲੰਮਾ ਸੀ, 2 3 4 ਇਹ ਇਹਨਾਂ ਦਾ ਤਕਰੀਬਨ 7 ਸਫ਼ਿਆਂ ਦਾ ਸੀ।
ਹਾਂਜੀ ਇਸੇ ਤਰ੍ਹਾਂ ਆ ਹੈਗਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ, ਇਹਨਾਂ ਦਾ ਵੀ ਤਕਰੀਬਨ 3 ਸਫ਼ਿਆਂ ਦਾ ਤੇ ਇਹ 4 ਸਫ਼ਿਆਂ ਦਾ। ਹਾਂਜੀ ਫਿਰ ਇਸੇ ਤਰ੍ਹਾਂ ਇਹ ਹੈਗਾ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ। ਹਾਂਜੀ ਇਹਨਾਂ ਨੇ ਵੀ ਆਪਣੇ ਦਿੱਤੇ ਸੁਝਾਅ। ਫਿਰ ਇੰਦਰਬੀਰ ਸਿੰਘ ਨਿੱਜਰ ਜਿਹੜੇ ਆ ਚੀਫ ਖਾਲਸਾ ਦੀਵਾਨ ਦੇ, ਉਹਨਾਂ ਨੇ ਆਪਣੇ ਸੁਝਾਅ ਭੇਜੇ 7 ਪੁਆਇੰਟ ਬਣਾ ਕੇ। ਫਿਰ ਇਸੇ ਤਰ੍ਹਾਂ ਪਰਮਵੀਰ ਸਿੰਘ, ਡਾਕਟਰ ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਅਮਰਜੀਤ ਸਿੰਘ ਮਾਨ, ਹਾਂਜੀ ਗੁਰੂ ਨਾਨਕ ਦੇਵ ਅਧਿਐਨ ਵਿਭਾਗ ਜਿਹੜਾ ਅੰਮ੍ਰਿਤਸਰ ਸਾਹਿਬ। ਅਤੇ ਫਿਰ ਇਸ ਤੋਂ ਇਲਾਵਾ ਤਲਵਿੰਦਰ ਸਿੰਘ ਬੁੱਟਰ, ਉਹਨਾਂ ਨੇ ਆਪਦੇ ਲਿਖਤੀ ਤੌਰ ਦੇ ਉੱਤੇ ਕਾਫੀ ਉਹਨਾਂ ਨੇ ਇਤਿਹਾਸਕ ਪ੍ਰਮਾਣ ਦੇ ਕੇ ਕੀਤੀ ਗੱਲ। ਅਤੇ ਫਿਰ ਦੇਖੋ ਵੈਸੇ ਵੀ ਚਿੱਠੀਆਂ ਬਹੁਤ ਆਈਆਂ, ਜਿਵੇਂ ਜਿਹੜੇ ਰਾਜਨੀਤਿਕ ਲੋਕ ਸੀ ਉਹ ਆਪਣੀ ਅੱਖ ਨਾਲ ਦੇਖਦੇ ਸੀ। ਉਹਦੇ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਵੀ ਸਾਨੂੰ ਚਿੱਠੀ ਭੇਜੀ। ਅਤੇ ਬਹੁਤ ਸਾਰੀਆਂ ਈਮੇਲ ਜਿਹੜੀਆਂ ਦੇਸ਼ ਵਿਦੇਸ਼ ਤੋਂ ਵੀ ਆਈਆਂ, ਅਤੇ ਬਹੁਤ ਸਾਰੇ ਸਾਨੂੰ ਫੋਨ ਵੀ ਆਏ। ਅਤੇ ਕਈਆਂ ਨੇ ਤੌਖਲੇ ਪ੍ਰਗਟ ਵੀ ਕੀਤੇ ਕਿ ਤੁਸੀਂ ਕਿਤੇ ਕੋਈ ਇੰਜ ਨਾ ਕਰ ਦਿਓ, ਕਿਸੇ ਉਂਝ ਨਾ ਕਰ ਦਿਓ, ਤਰ੍ਹਾਂ ਹਰ ਤਰ੍ਹਾਂ ਦੇ। ਕਿਹੋ ਜਿਹੇ ਕੋਈ ਜੇ ਸਾਂਝਾ ਕਰਨਾ ਚਾਹੋ? ਦੇਖੋ ਕਈ ਇਸ ਤਰ੍ਹਾਂ ਦੇ ਆ ਕਿ ਜਿਨ੍ਹਾਂ ਨੇ ਉਹ ਇਹ ਮਹਿਸੂਸ ਕਰਦੇ ਕਿ ਜੋ ਅਸੀਂ ਕਹੀਏ ਸਾਡੀ ਗੱਲ ਹੀ ਇੰਜ ਹੋਵੇ, ਹੈ ਨਾ। ਅਤੇ ਉਹਨਾਂ ਦੇ ਵਿਚਾਰ ਆਪਣੇ ਹੁੰਦੇ ਆ ਕਿ ਦੇਖੋ ਜੀ ਤੁਸੀਂ ਕਿਤੇ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਨਾ ਕੁਝ ਕਰ ਦਿਓ। ਸੋ ਅਸੀਂ ਦੇਖੋ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਜਿਹੜਾ ਕਤਲੇਆਮ ਸੀ, ਜਿਹਨੂੰ ਇਹ ਦਿੱਲੀ ਦੰਗੇ ਕਹਿੰਦੇ ਸੀ, ਅਸੀਂ ਉਹਦੇ 'ਤੇ ਲਗਾਤਾਰ ਇੱਕ ਸੰਘਰਸ਼ ਕੀਤਾ। ਤੁਸੀਂ ਰਿਪੋਰਟਿੰਗ ਕਰਦੇ ਰਹੇ ਹੋ, ਤਾਂ ਉਸ ਦੇ ਵਿੱਚ ਸਾਨੂੰ ਸੈਂਕੜੇ ਵਾਰ ਦਿੱਲੀ, ਕਾਨਪੁਰ, ਬੋਕਾਰੋ, ਫਿਰ ਹਰਿਆਣੇ ਦੇ ਵਿੱਚ ਹੌਂਦ ਚਿੱਲੜ ਤੋਂ ਲੈ ਕੇ ਗੁੜਗਾਉਂ ਜਿਹੜਾ, ਅਤੇ ਫਿਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਈਵਨ CBI ਦੇ ਜਿਹੜਾ ਹੈੱਡਕੁਆਟਰ ਹੈ ਦਿੱਲੀ ਦੇ ਵਿੱਚ, ਸੁਪਰੀਮ ਕੋਰਟ ਦੇ ਸਾਹਮਣੇ, ਹਾਈ ਕੋਰਟ ਦੇ ਸਾਹਮਣੇ, ਕੜਕੜਡੂਮਾ ਕੋਰਟ ਦੇ ਸਾਹਮਣੇ ਅਸੀਂ ਅਨੇਕਾਂ ਵਾਰ ਰੋਸ ਪ੍ਰਦਰਸ਼ਨ ਕੀਤੇ। ਲੇਕਿਨ ਅਸੀਂ ਆਪਣਾ ਢੰਗ ਸੀ ਸਾਡਾ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਜ਼ਰੂਰ ਲੈਂਦੇ ਸੀ। ਅਰਦਾਸ ਕਰਕੇ ਗੁਰੂ ਘਰ 'ਚੋਂ, ਜਿਵੇਂ ਅਸੀਂ 5 ਨਵੰਬਰ 2007 ਨੂੰ ਜਦੋਂ ਅਸੀਂ ਸ਼ੁਰੂਆਤ ਕੀਤੀ ਤਾਂ ਪਾਰਲੀਮੈਂਟ ਦੇ ਸਾਹਮਣੇ ਆ ਗੁਰਦੁਆਰਾ ਰਕਾਬਗੰਜ ਸਾਹਿਬ, ਤਾਂ ਉੱਥੇ ਅਰਦਾਸ ਕੀਤੀ। ਅਰਦਾਸ ਵੀ ਦਮਦਮੀ ਟਕਸਾਲ ਦੇ ਜਿਹੜੇ ਉਸ ਵੇਲੇ ਦੇ ਬੁਲਾਰੇ ਸਨ ਭਾਈ ਮੋਹਕਮ ਸਿੰਘ ਜੀ, ਉਹਨਾਂ ਨੇ ਅਰਦਾਸ ਕੀਤੀ। ਅਤੇ ਅਸੀਂ ਉੱਥੋਂ ਜੰਤਰ ਮੰਤਰ ਤੱਕ ਇੱਕ ਮਾਰਚ ਕੀਤਾ। ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਣੇ ਲਿਖੇ ਜਾਂਦੇ ਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਜ਼ਰੂਰ ਲੈਂਦੇ ਸੀ। ਇਹ ਨਹੀਂ ਕਿ ਨਾਲ ਲੈ ਕੇ ਅਸੀਂ ਚੱਲਦੇ ਹਨ। ਅਤੇ ਇਹ ਆਪਣੇ ਆਪਣੇ ਵਿਚਾਰ ਨੇ, ਲੇਕਿਨ ਜਦੋਂ ਇੱਕ ਰਿਪੋਰਟ ਬਣਾਈ ਗਈ ਹੈ, ਰਿਪੋਰਟ ਦੇ ਵਿੱਚ ਸਾਰਿਆਂ ਦੇ ਪੱਖ ਨੂੰ ਵਾਚ ਕੇ ਅਤੇ ਭਵਿੱਖ ਦੇ ਵਿੱਚ ਸਾਨੂੰ ਕੀ ਕਦਮ ਚੁੱਕੇ ਜਾਣੇ ਚਾਹੀਦੇ ਆ, ਉਹ ਅਸੀਂ ਸਿਫਾਰਿਸ਼ ਕੀਤੀ। ਉਹ ਜਥੇਦਾਰ ਸਾਹਿਬ ਜੀ ਹੁਣ ਉਹਦੇ 'ਤੇ ਦੇਖਣਗੇ। ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਇਸ ਦੇ ਉੱਤੇ ਅਮਲ ਵੀ ਹੁੰਦਾ ਹੋਇਆ ਨਜ਼ਰ ਆਊਗਾ। ਜਲਦੀ ਜੋ 5 ਪਿਆਰੇ ਨੇ ਉਹ ਇਸ ਦੇ ਉੱਤੇ ਕਮੇਟੀ ਦੇ ਵਿੱਚ ਇਸ ਤਰੀਕੇ ਨਾਲ ਇਹ ਗੱਲਬਾਤ ਰੱਖਣਗੇ ਔਰ ਉਸ ਤੋਂ ਬਾਅਦ ਫੈਸਲਾ ਸੁਣਾਉਂਦੇ ਹੋਏ ਫਿਰ ਹੁਕਮਨਾਮਾ ਜਾਰੀ ਕਰਦੇ ਹੋਏ ਨਜ਼ਰ ਆਉਣ। ਦੇਖੋ ਜਥੇਦਾਰ ਸਾਹਿਬ ਨੇ ਜਿੰਨਾ ਇਹਨੂੰ ਗੰਭੀਰਤਾ ਨਾਲ ਲਿਆ ਹੈ, ਚਾਹੀਦਾ ਤਾਂ ਇਹੋ ਹੀ ਹੈ ਕਿ ਉਹ ਹੁਣ ਇਹਦੇ 'ਚ ਦੇਰੀ ਨਾ ਕਰਨ। ਦੂਸਰੀ ਗੱਲ ਇਹ ਕਿ ਜਥੇਦਾਰ ਸਾਹਿਬ ਨੇ ਸਾਡੇ ਕੋਲ ਇੱਕ ਰਿਪੋਰਟ ਮੰਗੀ, ਅਤੇ ਸਾਰੀਆਂ ਸਿੱਖ ਸੰਪਰਦਾਵਾਂ ਨੇ, ਸਿੱਖ ਸਕਾਲਰਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਰਿਪੋਰਟ ਬਣਾ ਦਿੱਤੀ। ਤਾਂ ਹੁਣ ਤਾਂ ਸਿੰਘ ਸਾਹਿਬ ਜੀ ਲਈ ਬੜਾ ਸੌਖਾ ਹੈ ਕਿ ਸਿੰਘ ਸਾਹਿਬ ਜੀ ਉਸ ਰਿਪੋਰਟ ਦੀ ਸਿਫਾਰਿਸ਼ ਨੂੰ ਲਾਗੂ ਕਰਕੇ ਤੋਂ ਆਪਣਾ ਫੈਸਲਾ ਸੁਣਾ ਦੇਣ, ਅਤੇ ਇਹ ਅਸੀਂ ਆਸ ਵੀ ਰੱਖਦੇ ਹਾਂ। ਠੀਕ ਹੈ, ਬਹੁਤ ਤੁਹਾਡਾ ਧੰਨਵਾਦ ਤਮਾਮ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਤਾਂ ਕਰਨੈਲ ਸਿੰਘ ਪੀਰ ਮੁਹੰਮਦ, ਜਿਨ੍ਹਾਂ ਨੂੰ ਕੋਆਰਡੀਨੇਸ਼ਨ ਕਮੇਟੀ ਦਾ ਖਾਸ ਤੌਰ ਦੇ ਉੱਤੇ ਮੈਂਬਰ ਨਿਯੁਕਤ ਕੀਤਾ ਗਿਆ ਸੀਗਾ, ਔਰ ਸਾਰੀ ਜਿੰਨੀ ਵੀ ਰਿਪੋਰਟ ਆਈ ਇਹਨਾਂ ਦੇ ਕੋਲ, ਇਹਨਾਂ ਨੇ ਉਹ ਕੰਪਾਈਲ ਕੀਤੀ, ਉਸ ਨੂੰ ਇਕੱਠਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸੌਂਪ ਦਿੱਤੀ ਹੈ। ਹੁਣ ਦੇਖਣਾ ਹੋਊਗਾ ਇਸ ਦੇ ਉੱਤੇ ਫੈਸਲਾ ਕੀ ਆਉਂਦਾ ਹੈ। 5 ਪਿਆਰੇ ਜਦੋਂ ਬੈਠਣਗੇ ਇਸ ਉੱਤੇ ਚਰਚਾ ਹੋਊਗੀ ਔਰ ਉਸ ਤੋਂ ਬਾਅਦ ਫਿਰ ਹੁਕਮਨਾਮਾ ਜਾਰੀ ਕੀਤਾ ਜਾਊਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਧਰਨੇ ਵਾਲੀ ਥਾਂ ਦੇ ਉੱਤੇ ਅੱਗੇ ਤੋਂ ਲੈ ਕੇ ਜਾਣਾ ਚਾਹੀਦਾ ਹੈ ਜਾਂ ਨਹੀਂ ਲੈ ਕੇ ਜਾਣਾ ਚਾਹੀਦਾ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV।